ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦਾ ਮੌਸਮ ਕਾਫੀ ਬਦਲ ਗਿਆ। ਧੂੜ ਭਰੀ ਹਵਾ ਚੱਲੀ ਹੈ। 30 ਤੋਂ ਲੈ ਕੇ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਇਹ ਹਵਾ ਚੱਲੀ ਹੈ ਤੇ ਗਰਦ ਦੇ ਕਰਕੇ ਤੇ ਲੋਕ ਥੋੜ੍ਹੇ ਜਿਹੇ ਪਰੇਸ਼ਾਨ ਵੀ ਹੋਏ ਆ। ਪਰ ਹਾਂ, ਪੰਜਾਬ ਦੇ ਅੱਧੋਂ ਵੱਧ ਹਿੱਸੇ ਦੇ ਵਿੱਚ ਕਣੀਆਂ ਨਹੀਂ ਪਈਆਂ। ਪੰਜਾਬ ਦੇ ਵਿੱਚ ਕਣੀਆਂ ਪੈਣ ਦੀ ਪੂਰੀ ਆਸ ਸੀ ਲੰਘੇ ਕੱਲ੍ਹ, ਪਰ ਹੁਣ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ 2-3 ਦਿਨ ਪੰਜਾਬ ਦੇ ਵਿੱਚ ਬਦਲਿਆ ਹੋਇਆ ਇਹ ਮੌਸਮ ਇਵੇਂ ਹੀ ਰੰਗ ਦਿਖਾਊਗਾ। ਕਣੀਆਂ ਪੈ ਸਕਦੀਆਂ ਆਉਂਦੇ 48 ਘੰਟਿਆਂ ਦੇ ਵਿੱਚ। ਪੰਜਾਬ ਦੇ ਅੱਧੋਂ ਵੱਧ ਹਿੱਸੇ ਦੇ ਵਿੱਚ ਕਣੀਆਂ ਕਿੰਨੀਆਂ ਕੁ ਪੈਣੀਆਂ ਜਾਂ ਨਹੀਂ ਪੈਣੀਆਂ, ਮੌਸਮ ਕਿੰਨਾ ਕੁ ਬਦਲੂਗਾ ਜਾਂ ਮਿਜਾਜ਼ ਕਿੰਨਾ ਕੁ ਬਦਲਣ ਨੂੰ ਰੁਕ ਜੂਗਾ, ਇਹ ਸਮਾਂ ਬਿਆਨ ਕਰੂਗਾ। ਪਰ ਜਿਸ ਤਰੀਕੇ ਦੇ ਨਾਲ ਪਿਛਲੇ ਇੱਕ ਹਫ਼ਤੇ ਦੇ ਵਿੱਚ ਸੂਰਜ ਦੀ ਟਿੱਕੀ ਚਮਕੀ ਹੈ, ਜਿਸ ਤਰੀਕੇ ਦੇ ਨਾਲ ਗਰਮੀ ਅਚਾਨਕ ਵਧੀ ਹੈ, ਉਹਨੇ ਇਸ ਗੱਲ ਦਾ ਅਹਿਸਾਸ ਜ਼ਰੂਰ ਕਰਵਾ ਦਿੱਤਾ ਕਿ ਸ਼ਾਇਦ ਪਿਛਲੇ ਵਰ੍ਹੇ ਤੋਂ ਐਤਕੀ ਗਰਮੀ ਵੱਧ ਪਊਗੀ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਹੈਗੀ ਹੈ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਨਾਲ ਸੰਬੰਧਿਤ। 10 ਮਾਰਚ ਨੂੰ ਨਤੀਜੇ ਆਉਣੇ ਆ। ਪਤਾ ਅਸਲ ਦੇ ਵਿੱਚ ਉਦੋਂ ਹੀ ਲੱਗਣਾ ਹੁਣ ਜਿੰਨੇ ਮਰਜ਼ੀ ਤੁੱਕੇ ਕੋਈ ਲਾਈ ਜਾਵੇ ਇਸ ਪਾਰਟੀ ਦੀ ਸਰਕਾਰ ਬਣ ਜਾਣੀ ਆ। ਨਹੀਂ, ਇਹਦੀ ਨਹੀਂ, ਐਤਕੀ ਤਾਂ ਇਹਦੀ ਬਣਨੀ ਹੈ, ਪੱਕੀ ਗੱਲ ਆ। ਨਾ, ਇੱਦਾਂ ਹੋ ਹੀ ਨਹੀਂ ਸਕਦਾ। ਇਹਦੀ ਸਰਕਾਰ ਬਣੂਗੀ ਜਿੱਥੇ 4 ਬੰਦੇ ਬੈਠਦੇ ਆ। ਇਹੀ ਗੱਲ ਦੀ ਚਰਚਾ ਛਿੜਦੀ ਆ। ਸਾਡੀਆਂ ਸ਼ਰਤਾਂ ਲੱਗੀਆਂ ਹੋਈਆਂ, ਲੋਕਾਂ ਨੇ ਸੱਟਾ ਲਾਇਆ ਹੋਇਆ। ਸਾਡੇ ਪੰਜਾਬੀਆਂ ਦੇ ਸੁਭਾਅ ਦੇ ਵਿੱਚ ਇਹ ਗੱਲ ਸ਼ਾਮਿਲ ਆ ਕਿ ਅਸੀਂ ਜਿੱਤਦਾ ਕੌਣ ਆ ਅਤੇ ਹਾਰਦਾ ਕੌਣ ਆ, ਇਹ ਦੇਖਣ ਦੇ ਇੱਛੁਕ ਆ, ਇਹ ਅਸੀਂ ਦੇਖਣ ਦੇ ਚਾਹਵਾਨ ਆ। ਪਰ ਸਾਡੀ ਇੱਛਾ ਇਹ ਹੈ ਕਿ ਪੰਜਾਬੀ ਐਤਕੀ ਖੁਦ ਜਿੱਤਣ। ਸਾਡੀ ਇੱਛਾ ਇਹ ਹੈ ਕਿ ਐਤਕੀ ਪੰਜਾਬੀਆਂ ਦੀ ਪਿੱਠ ਨਾ ਲੱਗੇ। ਸਾਡੀ ਇੱਛਾ ਇਹ ਹੈ ਕਿ ਐਤਕੀ ਪੰਜਾਬ ਦੇ ਲੋਕਾਂ ਨੇ ਜਿਹੜੇ ਸੁਪਨਿਆਂ ਤਹਿਤ ਵੋਟਾਂ ਪਾਈਆਂ ਉਹ ਸਭੇ ਹੀ ਸਾਕਾਰ ਹੋ ਜਾਣ। ਪਰ ਜਾਣਕਾਰੀ ਇੱਕ ਹੋਰ ਪ੍ਰਾਪਤ ਹੋਈ ਆ। ਬਾਅਦ ਦੇ ਵਿੱਚ ਅਸੀਂ ਪੰਜਾਬ ਦੇ ਨਤੀਜਿਆਂ ਦੀ ਗੱਲ ਕਰਾਂਗੇ ਵੀ ਕਿਹਨੇ ਕਿਹਦੇ ਨਾਲ ਗੱਠਜੋੜ ਕਰਨਾ। ਯੂਪੀ ਦੇ ਵਿੱਚ ਕਮਾਲ ਹੋ ਗਈ। ਯੂਪੀ ਦੇ ਵਿੱਚ ਬਾਰਾਬੰਕੀ ਖੇਤਰ ਦੇ ਵਿੱਚ ਯੋਗੀ ਆਦਿੱਤਿਆਨਾਥ, ਉੱਥੋਂ ਦੇ ਮੁੱਖ ਮੰਤਰੀ ਦੀ ਰੈਲੀ 2 ਘੰਟੇ ਦੇਰੀ ਨਾਲ ਸ਼ੁਰੂ ਹੋਈ ਆ। ਕਾਰਨ ਇਹ ਨਹੀਂ ਵੀ ਉੱਥੇ ਕੋਈ ਪ੍ਰਦਰਸ਼ਨਕਾਰੀ ਆ ਗਏ, ਕਾਰਨ ਇਹ ਆ ਵੀ ਉੱਥੇ ਅਵਾਰਾ ਪਸ਼ੂ ਆ ਗਏ। ਆਪੇ ਨਹੀਂ ਆਏ, ਕਿਸਾਨਾਂ ਨੇ ਛੱਡੇ ਆ ਰੈਲੀ ਵਾਲੀ ਥਾਂ 'ਤੇ। ਅਵਾਰਾ ਪਸ਼ੂਆਂ ਦੇ ਵਿੱਚ ਬਲਦ ਵੀ ਸੀ, ਉਹਦੇ ਵਿੱਚ ਗਾਵਾਂ ਵੀ ਸੀ, ਉਹਦੇ ਵਿੱਚ ਢੱਠੇ ਵੀ ਸੀ, ਜਿਹਨੂੰ ਹਿੰਦੀ ਦੇ ਵਿੱਚ ਸਾਂਢ ਕਹਿ ਦਿੰਦੇ ਆ। ਅਸੀਂ ਪੰਜਾਬੀਆਂ ਮਲਵਾਈਆਂ ਉਹਨੂੰ ਢੱਠਾ ਕਹਿੰਦੇ ਆ। ਪਰ ਉੱਥੇ ਜਿਸ ਤਰੀਕੇ ਦੇ ਨਾਲ ਪਸ਼ੂਆਂ ਦੇ ਵੱਲੋਂ ਭਗਦੜ ਮਚਾਈ ਗਈ, ਉਹਦੇ ਨਾਲ ਪ੍ਰਸ਼ਾਸਨ ਦੇ, ਪੁਲਿਸ ਦੇ, ਰੈਲੀ ਦੇ ਪ੍ਰਬੰਧਕਾਂ ਦੇ ਹੱਥ ਪੈਰ ਫੁੱਲ ਗਏ। ਕਿਸਾਨ ਕਹਿੰਦੇ ਵੀ ਬੁੱਚੜਖਾਨੇ ਬੰਦ ਆ, ਅਸੀਂ ਮੰਨਦੇ ਹਾਂ, ਅਸੀਂ ਸਤਿਕਾਰ ਕਰਦੇ ਪਸ਼ੂਆਂ ਦਾ। ਕਿਸਾਨ ਕਹਿੰਦੇ ਵੀ ਸਾਡਾ ਕੀ ਕਸੂਰ ਆ, ਜੇਕਰ ਤੁਸੀਂ 2 ਘੰਟਿਆਂ ਦੇ ਵਿੱਚ ਇੱਦਾਂ ਹੱਥਾਂ ਪੈਰਾਂ ਦੇ ਵਿੱਚ ਆ ਗਏ ਆ। ਇਹ ਅਵਾਰਾ ਪਸ਼ੂ ਆ ਜਿਹੜੇ ਉਹ ਸਾਡੀਆਂ ਫਸਲਾਂ ਬਰਬਾਦ ਕਰਦੇ ਆ। ਇਹਨਾਂ ਨੇ ਸਾਡੀ ਕਣਕ ਨਹੀਂ ਰਹਿਣ ਦਿੱਤੀ, ਇਹਨਾਂ ਨੇ ਸਾਡੇ ਬਾਕੀ ਫਸਲਾਂ ਨਹੀਂ ਰਹਿਣ ਦਿੱਤੀਆਂ। ਸਾਡਾ ਕਸੂਰ ਕੀ ਆ ਪਹਿਲਾਂ ਇਹ ਦੱਸੋ। ਇਹਨਾਂ ਪਸ਼ੂਆਂ ਦੇ ਕਰਕੇ ਸਾਡੇ ਕਿੰਨੇ ਕਿਸਾਨ ਭੈਣਾਂ ਵੀਰ ਮੌਤ ਦੀ ਬੁੱਕਲ 'ਚ ਚਲੇ ਗਏ, ਸਾਨੂੰ ਇਹਦੇ ਬਾਰੇ ਦੱਸੋ। ਸੋ ਕਿਸਾਨਾਂ ਦੇ ਮਸਲੇ ਆਪਣੀ ਥਾਂ ਦੇ ਉੱਤੇ ਬਿਲਕੁਲ ਵਾਜਬ ਹੈ। ਇਹ ਮੁੱਦਾ ਜਦੋਂ ਉੱਠਿਆ, ਜਦੋਂ ਰੈਲੀ ਦੇ ਵਿੱਚ ਹਫੜਾ ਦਫੜੀ ਮਚ ਗਈ, ਤਾਂ ਯੋਗੀ ਆਦਿੱਤਿਆਨਾਥ ਨੇ ਵੀ ਮੰਚ ਤੋਂ 2 ਮੁੱਦੇ ਚੁੱਕੇ ਆ। ਉਹ ਕਹਿੰਦੇ ਸਰਕਾਰ ਇੱਕ ਵਾਰ ਫੇਰ ਲਿਆਓ, ਕਿਸਾਨੀ ਮਸਲਾ ਇਹ ਹੱਲ ਕਰ ਦਿਆਂਗੇ ਅਵਾਰਾ ਪਸ਼ੂਆਂ ਵਾਲਾ, ਤੇ ਧੀਆਂ ਧਿਆਣੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵਾਂਗੇ। ਸਵਾਲ ਇਹ ਪੈਦਾ ਹੁੰਦਾ ਵੀ ਹੁਣ ਵੀ ਤਾਂ ਯੋਗੀ ਆਦਿੱਤਿਆਨਾਥ ਦੀ ਸਰਕਾਰ ਹੀ ਹੈ ਯੂਪੀ ਦੇ ਵਿੱਚ। ਉਹ ਕਹਿੰਦੇ ਅਸੀਂ ਗਊਸ਼ਾਲਾਵਾਂ ਬਹੁਤ ਸਾਰੀਆਂ ਬਣਾਈਆਂ, ਹੋਰ ਵੀ ਬਣਾਵਾਂਗੇ, ਹਾਲਾਤ ਨੂੰ ਮੱਦੇਨਜ਼ਰ ਰੱਖਦਿਆਂ। ਉਹ ਕਹਿੰਦੇ ਬੁੱਚੜਖਾਨੇ ਖੋਲ੍ਹਣ ਦੀ ਬਿਲਕੁਲ ਆਗਿਆ ਨਹੀਂ ਦਿੱਤੀ ਜਾ ਸਕਦੀ। ਪਰ ਕਿਸਾਨ ਇਹ ਗੱਲ ਕਹਿੰਦੇ ਵੀ ਨਾ ਖੋਲ੍ਹੋ, ਬਿਲਕੁਲ ਗੱਲ ਤੁਹਾਡੀ ਸਹੀ ਹੈ, ਅਸੀਂ ਵੀ ਸਤਿਕਾਰ ਕਰਦੇ ਗਊ ਦਾ। ਪਰ ਇਹ ਦੱਸੋ ਕਿ ਸਾਡਾ ਕੀ ਕਸੂਰ ਆ, ਸਾਡੀਆਂ ਫਸਲਾਂ ਕੌਣ ਬਚਾਊ, ਅਸੀਂ ਕਿੰਨਾ ਕੁ ਚਿਰ ਰਾਖੀ ਕਰੀਏ। ਅਵਾਰਾ ਪਸ਼ੂਆਂ ਦੀ ਗਿਣਤੀ ਇੰਨੀ ਵੱਧ ਚੁੱਕੀ ਹੈ ਯੂਪੀ ਦੇ ਵਿੱਚ ਵੀ ਪੁੱਛੋ ਕੁਛ ਨਾ। ਅਤੇ ਕਾਂਗਰਸ ਨੇ ਇਸ ਗੱਲ ਦੇ ਉੱਤੇ ਤੰਜ਼ ਕੱਸਿਆ। ਕਾਂਗਰਸ ਨੇ ਗੱਲ ਕਹੀ ਆ ਕਿ 5 ਸਾਲਾਂ ਦੇ ਵਿੱਚ ਯੂਪੀ ਦੇ ਵਿੱਚ ਭਾਜਪਾ ਦੀ ਮੈਂਬਰਸ਼ਿਪ ਨਹੀਂ ਉਨੀ ਵਧੀ ਹੋਣੀ ਅਤੇ ਜਿੰਨੀ ਕਿ ਭਾਜਪਾ ਦੇ ਰਾਜ ਦੇ ਵਿੱਚ ਅਵਾਰਾ ਪਸ਼ੂਆਂ ਦੀ ਗਿਣਤੀ ਵੱਧ ਗਈ ਹੈ। ਉਹਨਾਂ ਨੇ ਕਿਹਾ ਜੀ ਕਿ 5 ਗੁਣਾ ਤਾਂ ਐਤਕੀ 5 ਸਾਲਾਂ ਦੇ ਵਿੱਚ ਅਵਾਰਾ ਪਸ਼ੂਆਂ ਦੀ ਗਿਣਤੀ ਵੱਧ ਗਈ ਹੋਣੀ ਆ। ਹੁਣ ਦੱਸੋ ਜੀ, ਆਮ ਲੋਕਾਂ ਦੀ ਕੀ ਕਦਰ ਹੈ ਅਤੇ ਪਸ਼ੂਆਂ ਦੀ ਕੀ ਮਨੁੱਖਾਂ ਨਾਲੋਂ ਵੱਧ ਕਦਰ ਕਰਦੇ ਹੋ। ਸੋ ਉੱਥੇ ਆਹ ਮਸਲਾ ਉੱਠਿਆ। ਪਰ ਪੰਜਾਬ ਦੇ ਵਿੱਚ ਵੀ ਇੱਦਾਂ ਦੇ ਹਾਲ ਬਣਦੇ ਸਮੇਂ 'ਤੇ, ਕਿਉਂਕਿ ਸ਼ਹਿਰਾਂ ਦੇ ਵਿੱਚ ਗੱਲ ਕਰ ਲਓ, ਖੇਤਾਂ ਦੇ ਵੱਲ ਗੱਲ ਕਰ ਲਓ, ਕਸਬਿਆਂ, ਪਿੰਡਾਂ, ਨਗਰ ਖੇੜਿਆਂ ਦੀ ਗੱਲ ਕਰ ਲਓ, ਅਵਾਰਾ ਪਸ਼ੂਆਂ ਦੀ ਗਿਣਤੀ ਥੋੜ੍ਹੀ ਨਹੀਂ ਆ। ਤੁਸੀਂ ਰਾਤ ਨੂੰ ਜਾਂਦੇ ਜੇਕਰ ਸੜਕ ਦੇ ਉੱਤੇ, ਤੇਜ਼ ਰਫ਼ਤਾਰ ਤੁਹਾਡਾ ਵਾਹਨ ਆ, ਕੋਈ ਪਤਾ ਨਹੀਂ ਕਾਲੇ ਰੰਗ ਦਾ ਕਿਹੜਾ ਪਸ਼ੂ ਸੜਕ ਦੇ ਵਿਚਾਲੇ ਆ ਜੇ, ਤੁਹਾਨੂੰ ਦਿਸਣਾ ਨਹੀਂ, ਹਾਦਸਾਗ੍ਰਸਤ ਹੋ ਜਾਂਦੇ। ਪੰਜਾਬ ਦੇ ਵਿੱਚ ਵੀ ਕਈ ਲੋਕਾਂ ਦੀਆਂ ਜ਼ਿੰਦਗੀਆਂ ਭੰਗ ਦੇ ਪਾੜੇ ਇਵੇਂ ਜਾਂਦੀਆਂ ਹਰ ਸਾਲ, ਪਰ ਕੋਈ ਕੇਅਰ ਕਰਨ ਵਾਲਾ ਨਹੀਂ, ਕੋਈ ਪੇਸ਼ ਨਹੀਂ ਚੱਲਦੀ, ਕੋਈ ਸੁਣਨ ਵਾਲਾ ਨਹੀਂ, ਪਤਾ ਨਹੀਂ ਕਦੋਂ ਸੁਣੀ ਜਾਣੀ ਆ। ਪਰ ਪੰਜਾਬ ਦੇ ਵਿੱਚ 2-3 ਪਾਰਟੀਆਂ ਮਿਲ ਕੇ ਗੱਠਜੋੜ ਕਰਕੇ ਵੀ ਸਰਕਾਰ ਬਣਾ ਸਕਦੀਆਂ। ਪੰਜਾਬ ਦੇ ਵਿੱਚ ਗਵਰਨਰ ਰਾਜ ਲਾਗੂ ਨਹੀਂ ਹੋਊਗਾ। ਪੰਜਾਬ ਦੇ ਵਿੱਚ ਕਈ ਸਿਆਸੀ ਪਾਰਟੀਆਂ ਇੱਕ ਦੂਜੇ ਦੇ ਨਾਲ ਗੰਢ ਤੁੱਪ ਕਰਨ ਦੇ ਲਈ ਪੂਰੀਆਂ ਤਿਆਰ ਹੋਈਆਂ ਬੈਠੀਆਂ। ਪਿਛਲੇ ਦਿਨੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਸੀ ਕਿ ਨਤੀਜੇ ਆਉਣ ਤੋਂ ਬਾਅਦ ਜੇਕਰ ਲੋੜ ਪਈ ਤਾਂ ਬੀਜੇਪੀ ਦੇ ਨਾਲ ਗੱਠਜੋੜ ਬਾਰੇ ਸੋਚਾਂਗੇ।
ਪਰ ਹੁਣ ਅਮਿਤ ਸ਼ਾਹ ਜਿਹੜੇ ਕਿ ਭਾਰਤ ਦੇ ਗ੍ਰਹਿ ਵਿਭਾਗ ਦੇ ਮੰਤਰੀ ਹੈ, ਉਹਨਾਂ ਨੇ ਦੋ ਟੋਕੇ ਗੱਲ ਕਹੀ ਹੈ। ਉਹ ਕਹਿੰਦੇ ਪੰਜਾਬ ਦੇ ਵਿੱਚ 2-3 ਦਲ ਮਿਲ ਕੇ ਵੀ ਸਰਕਾਰ ਬਣਾ ਸਕਦੇ ਆ। ਮਤਲਬ ਇਹ ਹੈ ਵੀ 3 ਦਲ ਪਹਿਲਾਂ ਇਕੱਠੇ ਆ, ਯਾਨੀ ਕਿ ਬੀਜੇਪੀ, ਸੰਯੁਕਤ ਅਕਾਲੀ ਦਲ ਤੇ ਪੰਜਾਬ ਲੋਕ ਕਾਂਗਰਸ, ਤੇ 2-3 ਦਲ ਹੋਰ ਮਿਲ ਕੇ ਵੀ ਸਰਕਾਰ ਬਣਾ ਸਕਦੇ, ਮਤਲਬ 5-7 ਵੀ ਹੋ ਸਕਦੀਆਂ ਪਾਰਟੀਆਂ, ਕਿਉਂਕਿ ਇੱਧਰ ਤਾਂ ਤਿੰਨਾਂ ਦਾ ਗੱਠਜੋੜ ਹੈਗਾ ਹੀ ਹੈ। ਸੋ ਕੀ ਉਹ ਗੱਠਜੋੜ ਅਕਾਲੀ ਦਲ ਦੇ ਨਾਲ ਹੋਊਗਾ ਜਾਂ ਕੀ ਉਹ ਗੱਠਜੋੜ ਆਮ ਆਦਮੀ ਪਾਰਟੀ ਦੇ ਨਾਲ ਹੋਊਗਾ, ਇਹ ਸਮਾਂ ਬਿਆਨ ਕਰੂਗਾ। ਪਰ ਇਹ ਗੱਲਾਂ ਤਾਂ ਚੇਤੇ ਦੇ ਵਿੱਚ ਆ ਰਹੀਆਂ, ਤਾਂ ਇਹ ਗੱਲਾਂ ਜ਼ਿਹਨ ਦੇ ਵਿੱਚ ਆ ਰਹੀਆਂ ਕਿਉਂਕਿ ਪੰਜਾਬ ਦੇ ਵਿੱਚ ਕਿਸੇ ਸਿਆਸੀ ਪਾਰਟੀ ਨੂੰ ਐਤਕੀ ਬਹੁਮਤ ਮਿਲਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਹੋ ਸਕਦਾ ਬਹੁਮਤ ਮਿਲ ਵੀ ਜਾਵੇ, ਅੰਦਾਜ਼ੇ ਜਿਹੜੇ ਉਹ ਬਿਲਕੁਲ ਗਲਤ ਸਾਬਤ ਹੋ ਜਾਣ, ਪਰ ਜਿਸ ਤਰੀਕੇ ਦੇ ਹਾਲਾਤ ਬਣੇ ਆ ਉਹਦੇ ਤੋਂ ਪ੍ਰਤੀਤ ਨਹੀਂ ਹੁੰਦਾ ਜੀ ਕਿ ਐਤਕੀ 59 ਸੀਟਾਂ ਕਿਸੇ ਨੂੰ ਆਪ ਮੁਹਾਰੇ ਮਿਲਣਗੀਆਂ। ਬਹੁਮਤ ਦੇ ਅੰਕੜੇ ਤੱਕ ਕੋਈ ਪਾਰਟੀ ਪਹੁੰਚੂਗੀ। ਹੋ ਸਕਦਾ ਵੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਬਹੁਤ ਵੱਡੀ ਪਾਰਟੀ ਬਣ ਕੇ ਉੱਭਰੇ, ਪਹਿਲੇ ਨੰਬਰ ਦੀ ਪਾਰਟੀ, ਪਰ ਜੇਕਰ ਉਹਦੇ ਕੋਲੇ 59 ਸੀਟਾਂ ਨਹੀਂ ਹੁੰਦੀਆਂ ਤਾਂ ਫਿਰ ਕੀ ਉਹ ਆਜ਼ਾਦ ਦੇ ਸਹਾਰੇ ਦੇ ਉੱਤੇ ਸਰਕਾਰ ਬਣਾਊ ਜਾਂ ਫਿਰ ਕਿਸੇ ਦੇ ਨਾਲ ਗੱਠਜੋੜ ਦੀ ਸੰਭਾਵਨਾ ਵਧੂ, ਇਹਦੇ ਵੱਲ ਵੀ ਧਿਆਨ ਟਿਕਿਆ ਰਹਿਣਾ। ਪਰ ਆਮ ਆਦਮੀ ਪਾਰਟੀ ਦੀ ਚਰਚਾ ਬਹੁਤ ਹੈ, ਆਮ ਆਦਮੀ ਪਾਰਟੀ ਦੀ ਹਰ ਥਾਂ ਤੇ ਗੱਲ ਛਿੜਦੀ ਹੈ, ਖਾਸ ਕਰਕੇ ਮਾਲਵਾ ਖਿੱਤੇ ਦੇ ਵਿੱਚ। ਤੇ ਕੀ ਆਮ ਆਦਮੀ ਪਾਰਟੀ ਸੱਚੀ ਮੁੱਚੀ ਆਪਣੇ ਬਲਬੂਤੇ ਦੇ ਉੱਤੇ ਸਰਕਾਰ ਬਣਾ ਸਕੂ, ਇਹ ਬਹੁਤ ਵੱਡਾ ਸਵਾਲ ਖੜਾ ਹੋਇਆ। ਹਾਲਾਂਕਿ ਭਗਵੰਤ ਮਾਨ ਤੇ ਪਾਰਟੀ ਦੇ ਬਾਕੀ ਨੇਤਾਵਾਂ ਦਾ ਇਹ ਕਹਿਣਾ ਵੀ ਜਿੰਨੇ ਵੱਡੇ ਪੱਧਰ ਦੇ ਉੱਤੇ ਵੋਟਿੰਗ ਹੋਈ ਹੈ, ਜਿਵੇਂ ਜਵਾਨ ਤਬਕੇ ਨੇ ਕਤਾਰਾਂ ਦੇ ਵਿੱਚ ਲੱਗ ਕੇ ਵੋਟਾਂ ਪਾਈਆਂ, ਝਾੜੂ ਉਹ ਕਹਿੰਦੇ ਚਾਰੇ ਪਾਸੇ ਹੋ ਗਈ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਦੇ ਵਿੱਚ ਜੇਕਰ ਹੰਗ ਅਸੈਂਬਲੀ ਦੀ ਨੌਬਤ ਆਈ ਤਾਂ 2-3 ਦਲ ਗੱਠਜੋੜ ਕਰਕੇ ਸਰਕਾਰ ਬਣਾ ਸਕਦੇ ਨੇ। ਇਹ ਦਾਅਵਾ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ। ਇਸ ਤੋਂ ਪਹਿਲਾਂ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਵੀ ਕਹਿ ਚੁੱਕੇ ਨੇ ਕਿ ਚੋਣ ਨਤੀਜੇ ਆਉਣ ਤੋਂ ਬਾਅਦ ਭਾਜਪਾ ਨਾਲ ਗੱਠਜੋੜ ਹੋ ਸਕਦਾ ਹੈ। ਪੰਜਾਬ ਦੇ ਵਿੱਚ ਮੌਜੂਦਾ ਹਾਲਾਤ ਦੇ ਵਿੱਚ ਸਭ ਤੋਂ ਵੱਡੇ ਅਸਾਰ ਅਕਾਲੀ ਦਲ ਤੇ ਭਾਜਪਾ ਦੇ ਇਕੱਠੇ ਆਉਣ ਦੇ ਨੇ, ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਨਾਲ ਰਹਿਣਗੇ। ਹਾਲਾਂਕਿ ਇਹ ਸਾਰਾ ਕੁਝ ਕਿਹੜੀ ਪਾਰਟੀ ਨੂੰ ਕਿੰਨੀਆਂ ਸੀਟਾਂ ਮਿਲਦੀਆਂ ਨੇ ਇਹਦੇ ਤੋਂ ਬਾਅਦ ਦੀ ਗੱਲ ਹੈ। ਪੰਜਾਬ ਦੇ ਵਿੱਚ 20 ਤਰੀਕ ਨੂੰ ਵੋਟਾਂ ਪਈਆਂ ਨੇ, 10 ਤਰੀਕ ਨੂੰ ਨਤੀਜੇ ਆਉਣਗੇ। ਇੱਥੇ ਵੀ ਦੱਸਣਾ ਬਣਦਾ ਕਿ ਅਕਾਲੀ ਦਲ ਤੇ ਭਾਜਪਾ ਦੇ ਵਿੱਚ ਗੱਠਜੋੜ ਹੋ ਸਕਦਾ ਹੈ। ਅਕਾਲੀ ਦਲ ਇਸ ਵਾਰ ਬਸਪਾ ਦੇ ਨਾਲ ਮਿਲ ਕੇ ਚੋਣ ਲੜਿਆ, ਭਾਜਪਾ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਨਾਲ ਮਿਲ ਕੇ ਚੋਣ ਲੜੀ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਰੋਕਣ ਦੇ ਲਈ ਇਹ ਪਾਰਟੀਆਂ ਇਕੱਠੀਆਂ ਹੋ ਵੀ ਸਕਦੀਆਂ ਨੇ ਜੇਕਰ ਮੌਕਾ ਬਣਿਆ ਤਾਂ। ਅਗਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ 25 ਸਾਲ ਦੇ ਵਿੱਚ 3 ਵਾਰ 1997, 2007 ਤੇ 2012 ਦੇ ਵਿੱਚ ਵਿਧਾਨ ਸਭਾ ਚੋਣਾਂ ਜਿੱਤ ਕੇ ਸੱਤਾ ਦੇ ਵਿੱਚ ਰਿਹਾ। ਅਕਾਲੀ ਦਲ ਤੇ ਭਾਜਪਾ ਗੱਠਜੋੜ ਦੀ ਟੁੱਟਣ ਦਾ ਕਾਰਨ ਬਣੇ ਖੇਤੀਬਾੜੀ ਕਾਨੂੰਨ ਹੁਣ ਵਾਪਸ ਹੋ ਚੁੱਕੇ ਨੇ। ਅਕਾਲੀ ਦਲ ਨੇ ਭਾਜਪਾ ਕੈਪਟਨ ਅਮਰਿੰਦਰ ਸਿੰਘ ਤੇ ਸੁਖਦੇਵ ਸਿੰਘ ਢੀਂਡਸਾ ਦੇ ਉੱਤੇ ਕੋਈ ਵੱਡਾ ਸ਼ਬਦ ਹਮਲਾ ਨਹੀਂ ਕੀਤਾ। ਭਾਜਪਾ ਤੇ ਅਕਾਲੀ ਦਲ ਦੇ ਰਿਸ਼ਤੇ ਵੀ ਨਰਮ ਜਿਹੇ ਦਿਸੇ ਨੇ। ਕਾਂਗਰਸ ਤੇ ਆਮ ਆਦਮੀ ਪਾਰਟੀ ਇਸ ਤੋਂ ਪਹਿਲਾਂ ਵੀ ਦਿੱਲੀ ਦੇ ਵਿੱਚ ਮਿਲ ਕੇ ਸਰਕਾਰ ਬਣਾ ਚੁੱਕੇ ਨੇ। ਹਾਲਾਂਕਿ ਉਹ ਸਰਕਾਰ ਥੋੜ੍ਹਾ ਕੁ ਚਿਰ ਚੱਲੀ। ਇੱਥੇ ਵੀ ਦੱਸਣਾ ਬਣਦਾ ਹੈ ਕਿ ਕਾਂਗਰਸ ਦੇ ਨਾਲ ਦੂਜੀ ਕਿਸੇ ਪਾਰਟੀ ਦਾ ਗੱਠਜੋੜ ਸੰਭਵ ਵੀ ਨਹੀਂ ਲੱਗਦਾ। ਭਾਜਪਾ ਦੀ ਇਹ ਧੁਰ ਵਿਰੋਧੀ ਹੈ। ਅਕਾਲੀ ਦਲ ਪੰਜਾਬ ਦੇ ਵਿੱਚ ਦਬਦਬੇ ਦੇ ਲਈ ਕਾਂਗਰਸ ਦੇ ਨਾਲ ਹੱਥ ਨਹੀਂ ਮਿਲਾਵੇਗਾ। ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਗੱਠਜੋੜ ਹੋ ਸਕਦਾ ਕਿ ਨਹੀਂ, ਇਹਦੇ ਬਾਬਤ ਵੀ ਚਰਚਾ ਚੱਲ ਰਹੀ ਹੈ। ਜੇਕਰ ਇਹ ਗੱਠਜੋੜ ਵਾਲੀ ਸੰਭਾਵਨਾ ਦੇ ਵੱਲ 1 ਮਿੰਟ ਦੇ ਲਈ ਝਾਤ ਮਾਰ ਗਏ ਤਾਂ ਇੱਥੇ ਵੀ ਦੱਸਣਾ ਬਣਦਾ ਕਿ ਆਮ ਆਦਮੀ ਪਾਰਟੀ ਦੇ ਨਿਸ਼ਾਨੇ ਦੇ ਉੱਤੇ ਐਤਕੀ ਸਭ ਤੋਂ ਵੱਧ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਹੇ ਨੇ। ਹਾਲਾਂਕਿ ਅਕਾਲੀ ਦਲ ਨੇ ਬਾਹਰੀ ਪਾਰਟੀ ਦੱਸ ਕੇ ਨਿਸ਼ਾਨੇ ਆਮ ਆਦਮੀ ਪਾਰਟੀ ਦੇ ਉੱਤੇ ਵਿੰਨੇ। ਆਮ ਆਦਮੀ ਪਾਰਟੀ ਨਾਲ ਗੱਠਜੋੜ ਕੀਤਾ ਤਾਂ ਇਹ ਅਕਾਲੀ ਦਲ ਦੇ ਖੇਤਰੀ ਆਧਾਰ ਦੇ ਲਈ ਹੀ ਮੁਸੀਬਤ ਬਣੇਗਾ। ਹੰਗ ਅਸੈਂਬਲੀ ਦੀ ਨੌਬਤ ਆਈ ਤਾਂ ਪੰਜਾਬ ਦੇ ਵਿੱਚ ਗੱਠਜੋੜ ਕਰਨਾ ਹਰ ਪਾਰਟੀ ਦੀ ਮਜਬੂਰੀ ਹੋਵੇਗੀ। ਅਕਾਲੀ ਦਲ 5 ਸਾਲ ਤੋਂ ਸੱਤਾ ਦੇ ਵਿੱਚੋਂ ਬਾਹਰ ਹੈ ਤੇ ਪੰਜਾਬ ਤੋਂ ਇਲਾਵਾ ਕਿਸੇ ਹੋਰ ਸੂਬੇ ਦੇ ਵਿੱਚ ਸਰਕਾਰ ਵੀ ਨਹੀਂ। ਸੋ ਜੇਕਰ ਇੱਥੇ ਸੱਤਾ ਨਾ ਮਿਲੀ ਤਾਂ ਪਾਰਟੀ ਨੂੰ ਨੁਕਸਾਨ ਹੋ ਸਕਦਾ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਹਰ ਬੰਦਾ ਆਪਣੇ ਦਿਮਾਗ ਦੀ ਸਹੀ ਵਰਤੋਂ ਕਰਕੇ ਅੰਦਾਜ਼ੇ ਲਾਉਣ ਦੀ ਕੋਸ਼ਿਸ਼ ਕਰ ਰਿਹਾ, ਪਰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਕਿ ਜੇਕਰ ਪੰਜਾਬ ਦੇ ਵਿੱਚ ਹੰਗ ਅਸੈਂਬਲੀ ਵਾਲੀ ਗੱਲ ਬਣਦੀ ਹੈ, ਯਾਨੀ ਕਿ ਕਿਸੇ ਵੀ ਇੱਕ ਪਾਰਟੀ ਨੂੰ ਮੁਕੰਮਲ ਬਹੁਮਤ ਨਹੀਂ ਮਿਲਦਾ, ਤਾਂ ਪੰਜਾਬ ਦੇ ਵਿੱਚ ਖਿਚੜੀ ਸਰਕਾਰ ਬਣਨ ਦੀ ਸੰਭਾਵਨਾ ਵੀ ਘਟ ਜਾਂਦੀ ਹੈ। ਸੋਚ ਕੇ ਦੇਖੋ ਵੀ ਜੇਕਰ ਅਕਾਲੀ ਦਲ ਤੇ ਬੀਜੇਪੀ ਦੋਨਾਂ ਪਾਰਟੀਆਂ ਨੂੰ ਮਿਲ ਕੇ 59 ਸੀਟਾਂ ਮੰਨ ਲਓ ਨਹੀਂ ਬਣਦੀਆਂ ਤਾਂ ਫਿਰ ਉਹ ਕਿਹਦਾ ਸਹਾਰਾ ਲੈਣਗੇ। ਜੇ ਮੰਨ ਲਓ ਇਸ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ 59 ਸੀਟਾਂ ਨਹੀਂ ਮਿਲਦੀਆਂ ਤੇ ਉਹ ਕਾਂਗਰਸ ਦੇ ਨਾਲ ਗੱਠਜੋੜ ਕਰਨ ਬਾਰੇ ਸੋਚਣਗੇ ਤਾਂ ਕੀ 2.5 ਸਾਲ ਦੇ ਲਈ ਦੋਵੇਂ ਪਾਰਟੀਆਂ ਆਪਣਾ ਮੁੱਖ ਮੰਤਰੀ ਬਣਾਉਣਗੀਆਂ? ਇੱਦਾਂ ਵੀ ਨਹੀਂ ਪ੍ਰਤੀਤ ਹੁੰਦਾ। ਦਿੱਲੀ ਦੇ ਵਿੱਚ ਤਜਰਬਾ ਕਰਕੇ ਦੇਖਿਆ ਆਮ ਆਦਮੀ ਪਾਰਟੀ ਨੇ, ਕਾਂਗਰਸ ਦੇ ਸਹਿਯੋਗ ਨਾਲ ਸਰਕਾਰ ਬਣਾਈ ਪਰ 3 ਮਹੀਨੇ ਨਹੀਂ ਲਗਾਤਾਰ ਚੱਲੀ। ਇਸ ਕਰਕੇ ਉਸ ਵਕਤ ਵੀ ਬਹੁਤ ਸਾਰੇ ਸਵਾਲ ਉੱਠੇ ਵੀ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਖਿਲਾਫ ਤੁਸੀਂ ਚੋਣ ਲੜਨ ਦੀ ਗੱਲ ਕਰ ਰਹੇ ਹੋ ਉਹਨਾਂ ਦੇ ਨਾਲ ਹੀ ਬਾਅਦ ਦੇ ਵਿੱਚ ਸੱਤਾ ਹਾਸਲ ਕਰਨ ਦੇ ਲਈ ਗੱਠਜੋੜ ਕਰ ਲੈਂਦੇ ਹੋ। ਸੋ ਚੁਣੌਤੀ ਐਤਕੀ ਬਹੁਤ ਵੱਡੀ ਹੋਊਗੀ ਕਿ ਅਮਿਤ ਸ਼ਾਹ ਜਿਹੜੇ ਕਿ ਭਾਰਤ ਦੇ ਗ੍ਰਹਿ ਵਿਭਾਗ ਦੇ ਮੰਤਰੀ ਆ, ਉਹਨਾਂ ਦੇ ਵੱਲੋਂ 2-3 ਦਲ ਮਿਲ ਕੇ ਸਰਕਾਰ ਬਣਾ ਸਕਦੇ ਆ। ਇਹਦੇ ਪਿੱਛੇ ਇਹ ਗੱਲ ਲੁਕੀ ਹੋਈ ਆ ਕਿ ਉਹਨਾਂ ਪਾਰਟੀਆਂ ਦੇ ਨਾਲ ਵੀ ਹੱਥ ਮਿਲ ਸਕਦਾ ਜਿਹੜੀਆਂ ਪਾਰਟੀਆਂ ਦੇ ਖਿਲਾਫ ਹੁਣ ਤੱਕ ਵਾਰ-ਵਾਰ ਬੋਲਿਆ ਗਿਆ
ਕਿ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਜੋ ਚਿਰ ਵਿਰੋਧੀ ਪਾਰਟੀਆਂ ਉਹ ਇੱਕ ਮੰਚ ਦੇ ਉੱਤੇ ਆ ਸਕਦੀਆਂ, ਇਹ ਆਉਣ ਵਾਲਾ ਸਮਾਂ ਬਿਆਨ ਕਰੂਗਾ। ਪਰ ਬੀਜੇਪੀ ਦੀ ਪੁਰਜ਼ੋਰ ਕੋਸ਼ਿਸ਼ ਇਹ ਹੈ ਕਿ ਉਹਨਾਂ ਨੂੰ ਵੱਧ ਸੀਟਾਂ ਮਿਲਣ। ਹਾਲਾਂਕਿ ਹੁਣ ਕੋਈ ਵਾਧਾ ਘਾਟਾ ਹੋ ਤਾਂ ਨਹੀਂ ਸਕਦਾ ਕਿਉਂਕਿ ਵੋਟਾਂ ਤਾਂ ਪੈ ਚੁੱਕੀਆਂ, ਪਰ ਜੇਕਰ ਉਹਨਾਂ ਨੂੰ ਸਨਮਾਨਯੋਗ ਸੀਟਾਂ ਮਿਲਦੀਆਂ ਤੇ ਉਧਰੋਂ ਅਕਾਲੀ ਦਲ ਨੂੰ ਵੀ ਸਨਮਾਨਯੋਗ ਸੀਟਾਂ ਮਿਲਦੀਆਂ ਤੇ ਫਿਰ ਵੀ ਮੰਨ ਲਓ ਕਿ 10 ਸੀਟਾਂ 5 ਸੀਟਾਂ ਦੇ ਉੱਤੇ ਆ ਕੇ ਗੱਲ ਅੜਿੱਕੇ ਦੇ ਵਿੱਚ ਪੈ ਜਾਂਦੀ ਹੈ ਤਾਂ ਆਜ਼ਾਦ ਲੋਕਾਂ ਨੂੰ ਨਾਲ ਜੋੜਿਆ ਜਾ ਸਕਦਾ। ਬੈਂਸ ਭਰਾਵਾਂ ਦੇ ਵਿੱਚੋਂ ਕੁਝ ਨਾ ਕੁਝ ਗੱਲ ਹੋ ਸਕਦੀ ਹੈ ਜਾਂ ਕਿਸੇ ਹੋਰ ਨੂੰ ਆਪਣੇ ਨਾਲ ਤੋਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਸਮੇਂ ਨੇ ਬਹੁਤ ਕੁਝ ਬਿਆਨ ਕਰਨਾ, ਹਾਲੇ ਤੱਕ ਸਭ ਦੇ ਆਪੋ ਆਪਣੇ ਅੰਦਾਜ਼ੇ ਆ। ਗੁਰਮੀਤ ਰਾਮ ਰਹੀਮ ਜਿਹੜੇ ਕਿ ਇਸ ਵੇਲੇ ਫਰਲੋ ਦੇ ਉੱਤੇ ਆ, ਜਿਨ੍ਹਾਂ ਦੀ ਫਰਲੋ ਦੇ ਮੇਰਾ ਖਿਆਲ ਵੀ ਕੁਝ ਕੁ ਦਿਨ ਹੀ ਬਾਕੀ ਹੈ ਕਿਉਂਕਿ ਚੋਣਾਂ ਤੋਂ ਪਹਿਲਾਂ ਮਿਲੀ ਸੀ, ਉਸ ਫਰਲੋ ਦੇ ਚੱਲਦਿਆਂ ਵੀ ਗੁਰਮੀਤ ਰਾਮ ਰਹੀਮ ਨੂੰ Z+ ਸਿਕਿਉਰਿਟੀ ਮਿਲ ਗਈ ਹੈ। ਹੁਣ ਇਸ ਗੱਲ ਦੇ ਉੱਤੇ ਚਰਚਾ ਵੀ ਚੱਲੀ ਹੈ ਤੇ ਵਿਵਾਦ ਵੀ ਉੱਠਿਆ। ਵਿਵਾਦ ਇਸ ਕਰਕੇ ਉੱਠਿਆ ਕਿ ਜਦੋਂ ਬੰਦੇ ਨੂੰ ਫਰਲੋ ਮਿਲੀ ਹੋਵੇ ਤਾਂ ਉਹਨੂੰ ਖਤਰਾ ਕਿਹਦੇ ਕੋਲੋਂ ਆ, ਤੇ ਜੇਕਰ ਖਤਰਾ ਤਾਂ ਫਿਰ ਫਰਲੋ ਕਿਹੜੀ ਗੱਲੋਂ ਮਿਲੀ ਹੈ। ਬਿਲਕੁਲ ਇਹ ਗੱਲ ਵਾਜਬ ਵੀ ਹੈ, ਸਵਾਲ ਵਾਜਬ ਹੈ ਵੀ ਜੇ ਤਾਂ ਫਰਲੋ ਦੇਣ ਦੇ ਬਾਵਜੂਦ ਖਤਰਾ ਸਿਰ ਦੇ ਉੱਤੇ ਮੰਡਰਾ ਰਿਹਾ ਤੇ ਫਿਰ ਜੇਲ੍ਹ ਹੀ ਠੀਕ ਹੈ। ਤੇ ਜੇਲ੍ਹ ਦੇ ਵਿੱਚੋਂ ਤਾਂ ਬਾਹਰ ਆਏ ਕਿਉਂਕਿ ਮੈਂ ਆਪਣੇ ਮਨੁੱਖੀ ਅਧਿਕਾਰ ਦੀ ਵਰਤੋਂ ਕਰਨੀ ਹੈ, ਇਹ ਮੇਰੇ ਅਧਿਕਾਰ ਦੇ ਵਿੱਚ ਗੱਲ ਆਉਂਦੀ ਹੈ। ਜੇਕਰ ਤੁਹਾਨੂੰ ਇਹ ਲੱਗਦਾ ਕਿ ਬਾਹਰ ਆ ਕੇ ਮੈਂ ਅਸੁਰੱਖਿਅਤ ਹਾਂ ਤਾਂ ਫਿਰ ਜੇਲ੍ਹ ਦੇ ਵੱਲ ਜਾਣਾ ਹੀ ਫਾਇਦੇਮੰਦ ਹੈ। ਇਹ ਮੈਂ ਨਹੀਂ ਕਹਿੰਦਾ, ਅਕਾਲੀ ਦਲ ਦੇ ਕੁਝ ਆਗੂਆਂ ਨੇ ਵੀ ਗੱਲ ਕਹੀ ਹੈ, ਕੁਝ ਕੁ ਹੋਰ ਲੋਕ ਵੀ ਗੱਲ ਕਹਿੰਦੇ ਆ ਤੇ ਰਾਮਚੰਦਰ ਛਤਰਪਤੀ ਦੇ ਪੁੱਤ ਅੰਸ਼ੁਲ ਛਤਰਪਤੀ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ। ਅੰਸ਼ੁਲ ਨੇ ਤਾਂ ਇਹ ਵੀ ਗੱਲ ਕਹੀ ਹੈ ਵੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਜਾਂ ਫਰਲੋ ਮਿਲੇ ਹੀ ਕਿਉਂ। ਜੇ ਮਿਲ ਗਈ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਸਰਕਾਰਾਂ ਕੁਝ ਹੋਰ ਚਾਹੁੰਦੀਆਂ। ਸਾਡੇ ਮਨ ਦੇ ਉੱਤੇ ਕੀ ਬੀਤਦੀ ਹੈ, ਸਾਨੂੰ ਕਿੰਨੀ ਸਿਕਿਉਰਿਟੀ ਦਾ ਖਤਰਾ, ਸਾਨੂੰ ਇਸ ਵਕਤ ਕੀ ਕੁਝ ਆਪਣੇ ਪਿੰਡੇ ਤੇ ਹੰਡਾਉਣਾ ਪੈ ਰਿਹਾ, ਕਦੇ ਇਸ ਗੱਲ ਦੇ ਵੱਲ ਵੀ ਸਰਕਾਰਾਂ ਗੌਰ ਕਰਨ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਵੀ ਜਨਾਬ ਨੂੰ ਜੇਲ੍ਹ ਦੇ ਵਿੱਚ ਹੀ ਭੇਜ ਦਿਓ ਕਿਉਂਕਿ ਉੱਥੇ ਸੁਰੱਖਿਆ ਬਹੁਤ ਹੈ, ਉੱਥੇ ਤਾਂ ਕੋਈ ਖਤਰਾ ਨਹੀਂਗਾ, ਨਾਲੇ ਤਾਂ ਲੋਕਾਂ ਦੇ ਟੈਕਸ ਦੇ ਪੈਸੇ ਬਚਣਗੇ ਕਿਉਂਕਿ ਸਿਕਿਉਰਿਟੀ ਤਾਂ ਆਮ ਲੋਕਾਂ ਦੀ ਹੋਣੀ ਚਾਹੀਦੀ ਹੈ। ਅਸੀਂ ਉਹਨਾਂ ਲੋਕਾਂ ਦੀ ਸਿਕਿਉਰਿਟੀ ਕਰ ਰਹੇ ਹਾਂ, ਸਰਕਾਰਾਂ ਉਹਨਾਂ ਲੋਕਾਂ ਦੀ ਸਿਕਿਉਰਿਟੀ ਕਰਵਾ ਰਹੀਆਂ ਜਿਹੜੇ ਲੋਕਾਂ ਦੇ ਉੱਤੇ ਬਹੁਤ ਸਾਰੇ ਵੱਡੇ ਵੱਡੇ ਦੋਸ਼ ਲੱਗੇ ਸਮੇਂ-ਸਮੇਂ ਦੇ ਉੱਤੇ। ਉਧਰੋਂ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਗੁਰਮੀਤ ਰਾਮ ਰਹੀਮ ਕੋਈ ਹਾਰਡ ਕੋਰ ਅਪਰਾਧੀ ਨਹੀਂ ਹੈ। ਹੁਣ ਹਾਰਡ ਕੋਰ ਅਪਰਾਧੀ ਨਹੀਂ ਹੈ, ਇਹਦੀ ਕੀ ਪਰਿਭਾਸ਼ਾ ਮੰਨੀ ਜਾਵੇ ਕਿਉਂਕਿ ਇੰਨੇ ਵੱਡੇ ਦੋਸ਼ ਲੱਗੇ ਆ। ਇਹ ਅੰਸ਼ੁਲ ਛਤਰਪਤੀ ਦੇ ਵੱਲੋਂ ਗੱਲ ਕਹੀ ਗਈ ਆ। ਕੁਝ ਸਿਆਸੀ ਪਾਰਟੀਆਂ ਵੀ ਕਹਿਣਗੀਆਂ, ਸਮਾਂ ਦੱਸੂਗਾ ਇਸ ਮਾਮਲੇ ਦੇ ਵਿੱਚ ਕੀ ਮੋੜ ਆਉਂਦਾ। ਪਰ ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਹਰਿਆਣਾ ਸਰਕਾਰ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ Z+ ਸ਼੍ਰੇਣੀ ਦੀ ਸੁਰੱਖਿਆ ਦੇ ਦਿੱਤੀ ਹੈ। ADGP ਦੀ ਰਿਪੋਰਟ ਦੇ ਆਧਾਰ ਦੇ ਉੱਤੇ ਦੱਸਿਆ ਗਿਆ ਸੀ ਕਿ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ ਗੁਰਮੀਤ ਰਾਮ ਰਹੀਮ ਨੂੰ ਖਾਲਿਸਤਾਨ ਪੱਖੀ ਕਾਰਕੁਨਾਂ ਤੋਂ ਜਾਣ ਦਾ ਖਤਰਾ ਹੈ। ਇਸ ਸੰਬੰਧੀ ਹਾਈ ਕੋਰਟ ਨੂੰ ਵੀ 6 ਫਰਵਰੀ ਨੂੰ ਪੱਤਰ ਜਾਰੀ ਕਰਕੇ ਜਾਣੂ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਹੀ ਹਰਿਆਣਾ ਸਰਕਾਰ ਨੇ ਡੇਰਾ ਮੁਖੀ ਨੂੰ VIP ਸੁਰੱਖਿਆ ਦੇ ਹੁਕਮ ਦਿੱਤੇ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਰਿਕਾਰਡ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਡੇਰਾ ਮੁਖੀ ਨੂੰ ਕੁਝ ਅਨਸਰਾਂ ਤੋਂ ਜਾਣ ਦਾ ਖਤਰਾ ਹੈ। ਇਸੇ ਕਰਕੇ ਸੂਬਾ ਦੀ ਸਰਕਾਰ ਨੇ ਗੁਰਮੀਤ ਰਾਮ ਰਹੀਮ ਨੂੰ ਫਰਲੋ ਤੇ ਜੇਲ੍ਹ ਤੋਂ ਰਿਹਾ ਹੋਣ ਤੋਂ ਬਾਅਦ Z+ ਸ਼੍ਰੇਣੀ ਦੀ ਸੁਰੱਖਿਆ ਦਿੱਤੀ ਹੈ। ਰਿਕਾਰਡ ਦੀ ਪੜਤਾਲ ਤੋਂ ਪਤਾ ਲੱਗਾ ਕਿ ਐਡਵੋਕੇਟ ਜਨਰਲ ਦੀ ਕਾਨੂੰਨੀ ਰਾਏ ਲੈਣ ਤੋਂ ਬਾਅਦ ਡੇਰਾ ਮੁਖੀ ਨੂੰ ਰਿਹਾ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। 25 ਜਨਵਰੀ ਨੂੰ ਦਿੱਤੀ ਗਈ ਇੱਕ ਰਾਏ ਦੇ ਵਿੱਚ ਐਡਵੋਕੇਟ ਜਨਰਲ ਨੇ ਕਿਹਾ ਸੀ ਕਿ ਡੇਰਾ ਮੁਖੀ ਨੂੰ ਹਰਿਆਣਾ ਗੁੱਡ ਕੰਡਕਟ ਪ੍ਰਿਜ਼ਨਰਜ਼ ਐਕਟ ਦੇ ਤਹਿਤ ਹਾਰਡ ਕੋਰ ਕ੍ਰਿਮੀਨਲ ਵਜੋਂ ਸ਼੍ਰੇਣੀਬੱਧ ਨਹੀਂ ਕੀਤਾ ਜਾ ਸਕਦਾ। AG ਮੁਤਾਬਕ ਡੇਰਾ ਮੁਖੀ ਨੂੰ ਇਹਨਾਂ ਕਤਲਾਂ ਲਈ ਸਿਰਫ ਉਸ ਦੇ ਸਾਥੀ ਮੁਲਜ਼ਮਾਂ ਨਾਲ ਸਾਜ਼ਿਸ਼ ਰਚਣ ਦੇ ਲਈ ਦੋਸ਼ੀ ਠਹਿਰਾਇਆ ਗਿਆ, ਨਾ ਕਿ ਅਸਲ ਕਤਲਾਂ ਦੇ ਵਾਸਤੇ। ਦੱਸਣਾ ਬਣਦਾ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਫਰਲੋ ਦੇ ਮਾਮਲੇ 'ਚ ਹਰਿਆਣਾ ਸਰਕਾਰ ਨੇ ਸੋਮਵਾਰ ਨੂੰ ਹਾਈ ਕੋਰਟ ਦੇ ਵਿੱਚ ਪੂਰਾ ਰਿਕਾਰਡ ਸੌਂਪਿਆ। ਸਰਕਾਰ ਨੇ ਸਪਸ਼ਟ ਕੀਤਾ ਕਿ ਫਰਲੋ ਦਾ ਫੈਸਲਾ ਤੈਅ ਪ੍ਰਕਿਰਿਆ ਦੇ ਮੁਤਾਬਕ ਲਿਆ ਗਿਆ। ਉਧਰ ਹੁਣ ਹਰਿਆਣਾ ਦੇ ਵਿੱਚ ਇਸ ਗੱਲ ਦੇ ਉੱਤੇ ਸਿਆਸਤ ਚੱਲ ਪਈ ਹੈ ਕਿ ਗੁਰਮੀਤ ਰਾਮ ਰਹੀਮ ਨੂੰ Z+ ਸਿਕਿਉਰਿਟੀ ਕਿਹੜੀ ਗੱਲੋਂ ਦਿੱਤੀ ਗਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਗੁਰਮੀਤ ਰਾਮ ਰਹੀਮ ਨੂੰ ਸੁਰੱਖਿਆ ਮਿਲੀ ਤੇ ਉਸ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਪੈਰੋਲ ਮਿਲੀ, ਫਰਲੋ ਮਿਲੀ, ਇਹਦੇ ਉੱਤੇ ਹੈਰਾਨੀ ਹੁੰਦੀ ਆ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਇਹ ਗੱਲ ਸੋਚਦੇ ਆ ਕਿ ਸਾਡੀ ਕਾਨੂੰਨੀ ਪ੍ਰਕਿਰਿਆ ਕਿਵੇਂ ਕੰਮ ਕਰ ਰਹੀ ਹੈ। ਪੰਜਾਬ ਦੇ ਵਿੱਚ ਇੱਕ ਹਿੱਸੇ ਦੇ ਵਿੱਚ ਇਹ ਵੀ ਗੱਲ ਉੱਠੀ ਕਿ ਬੰਦੀ ਸਿੰਘਾਂ ਦੀ ਰਿਹਾਈ ਤਾਂ ਹਾਲੇ ਤੱਕ ਹੋਈ ਨਹੀਂ ਤੇ ਗੁਰਮੀਤ ਰਾਮ ਰਹੀਮ ਨੂੰ ਫਰਲੋ ਕਿਸ ਤਰੀਕੇ ਨਾਲ ਮਿਲ ਗਈ, ਸਵਾਲ ਇਹ ਉੱਠਿਆ। ਫਿਰ ਉਸ ਤੋਂ ਬਾਅਦ ਇਹਦੇ ਰਾਜਨੀਤਿਕ ਕਾਰਨਾਂ ਦੀ ਪੜਚੋਲ ਵੀ ਹੋਈ, ਰਾਜਨੀਤਿਕ ਪਾਰਟੀਆਂ ਦੇ ਵੱਲ ਝੁਕਾ ਦੀਆਂ ਖਬਰਾਂ ਵੀ ਆਈਆਂ। ਪਰ ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ ਜਿਹੜੀ ਕਿ ਅੰਸ਼ੁਲ ਛਤਰਪਤੀ ਨੇ ਕਹੀ ਹੈ, ਜਿਹੜੀ ਕਿ ਕੁਝ ਹੋਰ ਰਾਜਨੀਤਿਕ ਲੋਕ ਕਹਿ ਰਹੇ ਆ, ਜਿਹੜੀ ਕਿ ਅਕਾਲੀ ਦਲ ਦੇ ਇੱਕ ਆਗੂ ਦੇ ਵੱਲੋਂ ਵੀ ਕਹੀ ਗਈ ਹੈ ਵੀ ਸਭ ਤੋਂ ਵੱਧ ਸੁਰੱਖਿਅਤ ਥਾਂ ਤਾਂ ਜੇਲ੍ਹ ਹੀ ਹੈ। ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦੇ ਲਈ ਆਪਾਂ ਵਾਰ-ਵਾਰ ਅਰਜ਼ੀਆਂ ਲਾਉਂਦੇ ਹਾਂ, ਬਾਹਰ ਆ ਕੇ ਆਪਾਂ ਨੂੰ ਜਾਣ ਦਾ ਖਤਰਾ ਪੈਦਾ ਹੁੰਦਾ ਤੇ ਫਿਰ ਜੇਕਰ ਆਪਾਂ ਉੱਥੇ ਹੀ ਰਹਿ ਗਏ ਤਾਂ ਨਾਲੇ ਜ਼ਿੰਦਗੀ ਦਾ ਖਤਰਾ ਤੋਂ ਬਚਾ ਰਹੂਗਾ, ਨਾਲੇ ਲੋਕਾਂ ਦੇ ਵਿੱਚ ਚਰਚਾ ਨਹੀਂ ਹੋਊਗੀ, ਨਾਲੇ ਵਿਵਾਦ ਨਾ ਪੈਦਾ ਹੋਊਗਾ। ਸੋ ਇਹ ਵਕਤ ਬਿਆਨ ਕਰੂਗਾ ਕਿ ਆਉਂਦੇ ਸਮੇਂ ਦੇ ਵਿੱਚ ਇਹ ਮਾਮਲਾ ਕੀ ਮੋੜ ਕੱਟਦਾ ਹੈ।
ਪਰ ਇਸ ਮਾਮਲੇ ਦੇ ਉੱਤੇ ਸਵਾਲ ਕਈ ਤਰ੍ਹਾਂ ਦੇ ਪੈਦਾ ਹੁੰਦੇ ਆ। ਹੁਣ ਇਹ ਵੀ ਜਾਣਕਾਰੀਆਂ ਮਿਲ ਰਹੀਆਂ ਕਿ ਆਉਂਦੇ ਸਮੇਂ ਦੇ ਵਿੱਚ ਕੇਂਦਰ ਦੀ ਸਰਕਾਰ ਦੇ ਵੱਲੋਂ ਹੋ ਸਕਦਾ ਹੈ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦੇ ਉੱਤੇ ਵੀ ਕੋਈ ਨਾ ਕੋਈ ਫੈਸਲਾ ਕੀਤਾ ਜਾਵੇ। ਪਿਛਲੇ ਦਿਨੀ ਇਹ ਵੀ ਗੱਲ ਚੱਲੀ ਸੀ ਕਿ ਹਵਾਲਾਖੋਰਾਂ ਦੇ ਮਾਮਲੇ ਦੇ ਉੱਤੇ ਵੀ ਸਰਕਾਰ ਦੇ ਵੱਲੋਂ ਕੋਈ ਨਾ ਕੋਈ ਫੈਸਲਾ ਕੀਤਾ ਜਾਂ ਕਰਵਾਇਆ ਜਾ ਸਕਦਾ ਹੈ। ਸੋ ਸਮਾਂ ਦੱਸੂਗਾ, ਆਉਣ ਵਾਲਾ ਸਮਾਂ ਦੱਸੂਗਾ ਕਿ ਇਸ ਵਿੱਚੋਂ ਕਿਹੜੀ ਗੱਲ ਸਹੀ ਸਾਬਤ ਹੁੰਦੀ ਤੇ ਕਿਹੜੀ ਗਲਤ। ਪਰ ਇਸ ਵਕਤ ਚਰਚਾ ਜ਼ਰੂਰ ਚੱਲੀ ਹੋਈ ਹੈ ਕਿ ਗੁਰਮੀਤ ਰਾਮ ਰਹੀਮ ਹੋਰਾਂ ਦੀ ਫਰਲੋ ਕੀ ਹੋਰ ਵਧੂਗੀ, ਕੀ ਆਉਣ ਜਾਣ ਦਾ ਸਿਲਸਿਲਾ ਹੁਣ ਬਾਹਰ ਆਉਣ ਦਾ ਜਾਣ ਦਾ ਇਹ ਬਰਕਰਾਰ ਰਹੂਗਾ, ਕਿ ਗੁਰੂਗ੍ਰਾਮ ਦੇ ਜਿਹੜੇ ਆਸ਼ਰਮ ਦੇ ਵਿੱਚ ਗੁਰਮੀਤ ਰਾਮ ਰਹੀਮ ਰੁਕੇ ਹੋਏ ਆ ਉੱਥੇ ਵੱਖ-ਵੱਖ ਪਾਰਟੀਆਂ ਦੇ ਨੇਤਾ ਆਉਣ ਜਾਣ ਦਾ ਸਿਲਸਿਲਾ ਜਾਰੀ ਰੱਖਦੇ ਆ। ਲੋਕਾਂ ਦੇ ਮਨਾਂ ਵਿੱਚ 100 ਕਿਸਮ ਦੇ ਸਵਾਲ ਇਸ ਵੇਲੇ ਚੱਲ ਰਹੇ ਆ। ਇਸ ਵੇਲੇ ਪੰਜਾਬ ਦੇ ਵਿੱਚ ਜਦੋਂ ਚਰਚਾ ਹਰ ਰੋਜ਼ ਚੱਲਦੀ ਹੈ ਕਿ ਕੌਣ ਕਿਹੜੀਆਂ ਜੜ੍ਹਾਂ ਦੇ ਵਿੱਚ ਬੈਠਣ 'ਚ ਕਾਮਯਾਬ ਹੋਇਆ ਹੋਊ, ਤਾਂ ਇਹ ਵੀ ਖਿਆਲ ਕਰਨਾ ਬਣਦਾ ਕਿ ਐਤਕੀ ਇੱਕ ਟੱਬਰ ਦੇ ਵਿੱਚੋਂ ਕਈ ਜੀ ਲੀਹ ਪਾੜ ਕੇ ਤੁਰੇ ਆ। ਇੱਕ ਕੋਠੀ ਦੇ ਉੱਤੇ 2 ਝੰਡੇ ਲੱਗੇ ਆ, 2 ਸਕੇ ਭਰਾ। ਇੱਕ ਪਾਸੇ ਬਨੇਰੇ ਦੇ ਉੱਤੇ ਬੀਜੇਪੀ ਦਾ ਝੰਡਾ ਲੱਗਾ, ਦੂਜੇ ਪਾਸੇ ਕਾਂਗਰਸ ਦਾ ਝੰਡਾ ਲੱਗਾ। ਆਮ ਲੋਕ ਵੀ ਸਿਆਣੇ ਹੋ ਗਏ, ਉਹਨਾਂ ਨੇ ਆਪਣੇ ਘਰਾਂ, ਦੁਕਾਨਾਂ, ਮਕਾਨਾਂ ਦੇ ਉੱਤੇ ਐਤਕੀ ਸਾਰੀਆਂ ਹੀ ਪਾਰਟੀਆਂ ਦੇ ਝੰਡੇ ਲਾ ਲਏ ਵੀ ਤੁਸੀਂ ਸਾਰੇ ਹੀ ਖੁਸ਼ ਰਹੋ, ਕਿਉਂਕਿ ਤੁਸੀਂ ਵੀ ਸਾਨੂੰ ਇੱਦਾਂ ਹੀ ਖੁਸ਼ ਰੱਖਦੇ ਗੱਲੀ ਬਾਤੀ, ਤੇ ਆਪ ਜੀ ਨੂੰ ਐਤਕੀ ਅਸੀਂ ਵੀ ਖੁਸ਼ ਰੱਖ ਰਹੇ ਹਾਂ। ਮੌਕਾ ਦੱਸੂ ਵੋਟ ਕਿਹਨੂੰ ਪਾਉਣੀ ਹੈ, ਤੇ ਪਾ ਦਿੱਤੀ ਵੀ ਹੈ। ਉਸ ਤੋਂ ਅਗਲੀ ਗੱਲ ਇਹ ਹੈ ਕਿ ਮੀਆਂ ਬੀਬੀ ਦੇ ਬਾਬਤ ਵੀ ਖਬਰਾਂ ਆਈਆਂ। ਬੀਬੀ ਪ੍ਰਨੀਤ ਕੌਰ ਨੇ ਜਿਹੜੇ ਉਹ ਕਾਂਗਰਸ ਦੇ ਸੰਸਦ ਮੈਂਬਰ ਨੇ, ਤੇ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿੱਚੋਂ ਜਾ ਚੁੱਕੇ ਨੇ। ਉਹਨਾਂ ਨੇ ਪੰਜਾਬ ਲੋਕ ਕਾਂਗਰਸ ਬਣਾ ਲਈ ਹੈ, ਪਰ ਕਾਰਨ ਦੱਸੋ ਨੋਟਿਸ ਜਾਰੀ ਹੋਇਆ ਸੀ ਬੀਬੀ ਪ੍ਰਨੀਤ ਕੌਰ ਨੂੰ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਮੈਂ ਇਹੋ ਜਿਹੇ ਨੋਟਿਸ ਦਾ ਜਵਾਬ ਨਹੀਂ ਦਿੰਦੀ, ਤਾਂ ਮੈਨੂੰ ਕੋਈ ਬਾਹਲਾ ਨੋਟਿਸ ਪਤਾ ਨਹੀਂ ਲੱਗਾ ਵੀ ਮਿਲਿਆ ਵੀ ਕਿ ਨਹੀਂ। ਪਰ ਹੁਣ ਪਤਾ ਲੱਗਾ ਜੀ ਕਿ ਉਹਨਾਂ ਨੇ ਕਿਹਾ ਕਿ ਮੇਰੇ ਪਤੀ ਦੇਵ ਹੀ ਜਿੱਤਣਗੇ। ਮਤਲਬ ਇਹ ਆ ਵੀ ਉਹਨਾਂ ਨੇ ਪਿਛਲੇ ਦਿਨੀ ਕਿਹਾ ਸੀ ਕਿ ਮੇਰੇ ਲਈ ਪਾਰਟੀ ਤੋਂ ਵੱਡਾ ਪਰਿਵਾਰ ਆ, ਪਰਿਵਾਰ ਨੂੰ ਮੈਂ ਵੱਧ ਅਹਿਮੀਅਤ ਦਿੰਦੀ ਆ। ਤੇ ਉਹਨਾਂ ਨੇ ਜਦੋਂ ਇਹ ਗੱਲ ਕਹੀ ਤਾਂ ਉਦੋਂ ਚਰਚਾ ਇਹ ਚੱਲ ਪਈ ਸੀ ਜੀ ਕਿ ਕੀ ਬੀਬੀ ਪ੍ਰਨੀਤ ਕੌਰ ਐਤਕੀ ਗੱਠਜੋੜ ਦੇ ਜਿਹੜੇ ਤਿੰਨੇ ਉਮੀਦਵਾਰ ਆ ਉਹਨਾਂ ਦੇ ਹੱਕ ਦੇ ਵਿੱਚ ਪ੍ਰਚਾਰ ਕਰਨਗੇ। ਹਾਲਾਂਕਿ ਇੱਕ ਥਾਂ ਦੇ ਉੱਤੇ ਉਹਨਾਂ ਨੇ ਮੰਚ ਸਾਂਝਾ ਕੀਤਾ ਜਿਹੜਾ ਕਿ ਬੀਜੇਪੀ ਦੇ ਨਾਲ ਗੱਠਜੋੜ ਵਾਲਾ ਵੀ ਸੀ। ਉਦੋਂ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ, ਪਰ ਹਾਲੇ ਤੱਕ ਕਾਂਗਰਸ ਦੇ ਵੱਲੋਂ ਕੋਈ ਸਖਤ ਸਟੈਂਡ ਲਿਆ ਨਹੀਂ ਗਿਆ। ਪਰ ਬੀਬੀ ਪ੍ਰਨੀਤ ਕੌਰ ਨੇ ਕਿਹਾ ਕਿ ਮੇਰੇ ਪਤੀ ਦੇਵ ਹੀ ਬਾਜ਼ੀ ਮਾਰਨਗੇ, ਉਹ ਹੀ ਜਿੱਤਣਗੇ। ਸਮਾਂ ਬਿਆਨ ਕਰੂ ਕੌਣ ਜਿੱਤਦਾ, ਪਰ ਪਹਿਲਾਂ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੂੰ ਆਪਣੇ ਆਗੂਆਂ ਦੇ ਅੰਦਰੂਨੀ ਕਲੇਸ਼ ਨਾਲ ਜੂਝਣਾ ਪਿਆ ਸੀ। ਪਟਿਆਲਾ ਤੋਂ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਚੋਣਾਂ ਤੋਂ ਬਾਅਦ ਵੀ ਪਾਰਟੀ ਵਿਰੁੱਧ ਬਾਗੀ ਰਵੱਈਆ ਅਪਣਾਇਆ ਹੋਇਆ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੇ ਪਟਿਆਲਾ ਤੋਂ ਕੈਪਟਨ ਦੀ ਜਿੱਤ ਦਾ ਭਰੋਸਾ ਦਿਵਾਇਆ, ਤੇ ਕੈਪਟਨ ਅਮਰਿੰਦਰ ਸਿੰਘ ਆਪਣੀ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਵੱਲੋਂ ਟਿਕਟ ਦੇ ਉੱਤੇ ਚੋਣ ਲੜ ਚੁੱਕੇ ਨੇ। ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਧਿਆਨ ਵਿੱਚ ਰੱਖ ਕੇ ਬਦਲਾਅ ਲਿਆਂਦਾ ਜਾਵੇਗਾ। ਪ੍ਰਨੀਤ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਦੇ ਆਗੂ ਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਸ਼ਹਿਰੀ ਸੀਟ ਤੋਂ ਜਿੱਤਣ ਦੇ ਵਿੱਚ ਸਫਲ ਹੋਣਗੇ, ਤੇ ਨੌਜਵਾਨਾਂ ਦੇ ਭਵਿੱਖ ਨੂੰ ਦੇਖਦੇ ਹੋਏ ਬਦਲਾਅ ਲਿਆਂਦਾ ਜਾਵੇਗਾ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ, ਜਦੋਂ ਬੀਬੀ ਪ੍ਰਨੀਤ ਕੌਰ ਨੇ ਗੱਲ ਕਹੀ ਸੀ ਕਿ ਮੇਰੇ ਲਈ ਪਾਰਟੀ ਨਾਲੋਂ ਵੱਡਾ ਪਰਿਵਾਰ ਆ, ਅਹਿਮੀਅਤ ਵਾਲਾ ਪਰਿਵਾਰ ਆ, ਤੇ ਅਸੀਂ ਇਸ ਗੱਲ ਨੂੰ, ਉਹਨਾਂ ਦੀ ਭਾਵਨਾ ਨੂੰ, ਉਹਨਾਂ ਦੀ ਫੀਲਿੰਗ ਨੂੰ ਸਮਝ ਸਕਦੇ ਹਾਂ। ਬਹੁਤ ਸਾਰੀਆਂ ਗੱਲਾਂ ਜ਼ਿੰਦਗੀ ਦੇ ਵਿੱਚ ਹੁੰਦੀਆਂ ਵਾਪਰਦੀਆਂ, ਪਰ ਉਹਨਾਂ ਨੇ ਜਿਸ ਤਰੀਕੇ ਨਾਲ ਸੂਝਤਾ ਦਾ ਸਬੂਤ ਦਿੱਤਾ ਉਹਦੀ ਚਰਚਾ ਛਿੜਦੀ ਆ। ਪਰ ਇਹ ਗੱਲ ਭੁੱਲਣੀ ਨਹੀਂ ਚਾਹੀਦੀ ਵੀ ਕਾਂਗਰਸ ਦੇ ਵਿੱਚ ਕਲੇਸ਼ ਕੱਲ੍ਹ ਵੀ ਸੀ ਤੇ ਚੋਣਾਂ ਤੋਂ ਬਾਅਦ ਵੀ ਹੈ। ਲੰਘੇ ਕੱਲ੍ਹ ਗੁਰਜੀਤ ਸਿੰਘ ਔਜਲਾ ਜਿਹੜੇ ਕਿ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਨੇ ਕਾਂਗਰਸ ਦੇ, ਉਹਨਾਂ ਨੇ ਨਵਜੋਤ ਸਿੱਧੂ ਦੇ ਉੱਤੇ ਇੱਕ ਕਟਾਖਸ਼ੀ ਗੱਲ ਕਹੀ ਆ। ਉਹਨਾਂ ਨੇ ਕਿਹਾ ਕਿ ਪ੍ਰਧਾਨ ਸਾਹਿਬ ਦੀ ਜਿੱਤ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਪੈਦਾ ਹੋ ਰਹੇ ਆ, ਸ਼ੰਕੇ ਜਾਂ ਆਪਾਂ ਕਹਿ ਸਕਦੇ ਹਾਂ। ਉਹਨਾਂ ਨੇ ਕਿਹਾ ਜੀ ਕਿ ਪ੍ਰਧਾਨ ਸਾਹਿਬ ਦੀ ਬੋਲ ਬਾਣੀ ਦੇ ਕਰਕੇ ਕਈ ਲੋਕ ਗੁੱਸੇ ਹੋਏ ਆ। ਗਲਤੀ ਕੋਈ ਨਹੀਂ ਇਹਦੇ ਵਿੱਚ, ਕੁਝ ਵੀ ਗਲਤ ਨਹੀਂ। ਔਜਲਾ ਸਾਹਿਬ ਨੇ ਬਿਲਕੁਲ ਸਹੀ ਕਿਹਾ, ਕਿਉਂਕਿ ਸਿੱਧੂ ਸਾਹਿਬ ਨੇ ਸਾਰਿਆਂ ਦੇ ਖਿਲਾਫ ਹੀ ਮੋਰਚੇ ਖੋਲ੍ਹੇ ਹੋਏ ਆ। ਉਧਰੋਂ ਜਸਬੀਰ ਸਿੰਘ ਡਿੰਪਾ ਹੋਰਾਂ ਨੇ ਇੱਕ ਗੱਲ ਕਹੀ ਆ, ਜਿਨ੍ਹਾਂ ਦੇ ਕਿ ਭਰਾ ਨੂੰ ਐਤਕੀ ਕਾਂਗਰਸ ਨੇ ਟਿਕਟ ਨਹੀਂ ਦਿੱਤੀ, ਤੇ ਉਹ ਇਸ ਵੇਲੇ ਗੁੱਸੇ ਦੇ ਵਿੱਚ ਵੀ ਹੈ। ਉਹਨਾਂ ਦਾ ਭਰਾ ਜਿਹੜਾ ਉਹ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਿਆ, ਸੁਖਬੀਰ ਸਿੰਘ ਬਾਦਲ ਨੇ ਜਨਰਲ ਸਕੱਤਰ ਦਾ ਅਹੁਦਾ ਵੀ ਦਿੱਤਾ। ਪਰ ਡਿੰਪਾ ਹੋਰਾਂ ਨੇ ਇਹ ਗੱਲ ਕਹੀ, ਉਹ ਕਹਿੰਦੇ ਠੱਗ ਤੇ ਚੋਰ ਐਤਕੀ ਤੀਜੇ ਨੰਬਰ ਦੇ ਉੱਤੇ, ਯਾਨੀ ਕਿ ਬ੍ਰਾਊਨਜ਼ ਮੈਡਲ ਲੈ ਕੇ ਜਾਣਗੇ, ਯਾਨੀ ਕਿ ਤੀਜੇ ਨੰਬਰ ਦੇ ਉੱਤੇ ਰਹਿਣਗੇ। ਉਹ ਆਪਣੀ ਪਾਰਟੀ ਦੇ ਉੱਤੇ ਅਸਿੱਧੇ ਤਰੀਕੇ ਦੇ ਨਾਲ ਲਗਾਤਾਰ ਕਟਾਖਸ਼ ਕਰ ਰਹੇ ਆ। ਇਹ ਸਮਾਂ ਬਿਆਨ ਕਰੂ ਕਿ ਕਾਂਗਰਸੀ ਕਾਂਗਰਸ ਦੇ ਉਮੀਦਵਾਰਾਂ ਦੀ ਜੜ ਦੇ ਵਿੱਚ ਕਿੰਨਾ ਕੁ ਬਹਿੰਦੇ ਆ, ਕਾਂਗਰਸੀ ਕਾਂਗਰਸ ਨੂੰ ਕਿੰਨਾ ਕੁ ਲੈ ਬਹਿੰਦੇ ਆ। ਕਾਂਗਰਸ ਦੇ ਵੱਲੋਂ ਕਈ ਸੀਟਾਂ ਦੇ ਮਾਮਲੇ ਦੇ ਉੱਤੇ ਗਲਤ ਫੈਸਲੇ ਕੀਤੇ ਗਏ ਆ। ਉਹਦੇ ਪਿੱਛੇ ਕਾਰਨ ਪਤਾ ਨਹੀਂ ਕਿਹੜੇ ਹੋਣਗੇ, ਦੋਸ਼ ਲਾਉਣ ਵਾਲੇ ਤਾਂ ਰੁਪਈਆਂ ਦੇ ਵੀ ਲਾਉਂਦੇ ਆ। ਪਰ ਜੇਕਰ 8-7 ਸੀਟਾਂ ਦੇ ਉੱਤੇ ਵੀ ਕਟੌਤੀ ਹੁੰਦੀ ਹੈ, ਕਾਟਾ ਫਿਰਦਾ ਗਲਤ ਟਿਕਟਾਂ ਦੇ ਕਰਕੇ, ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਉਹਨਾਂ ਦੇ ਕਰਕੇ 8-7 ਸੀਟਾਂ ਜਿਹੜੀਆਂ ਉਹ ਜਿੱਤਦੇ ਰੁਕ ਜਾਂਦੇ ਆ, ਇਹ ਵੀ ਕਾਂਗਰਸ ਦੇ ਲਈ ਇੱਕ ਬਹੁਤ ਵੱਡੀ ਘਾਟੇ ਵਾਲੀ ਖਬਰ ਹੋਊਗੀ, ਘਾਟੇ ਵਾਲੀ ਗੱਲ ਹੋਊਗੀ। ਸਮਾਂ ਬਿਆਨ ਕਰੂਗਾ ਵੀ ਕਾਂਗਰਸ ਦੀ ਝੋਲੀ ਵਿੱਚ ਕਿੰਨੀਆਂ ਕੁ ਸੀਟਾਂ ਪੈਂਦੀਆਂ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ,
ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਬਹੁਤ ਬਹੁਤ ਮਿਹਰਬਾਨੀ।